ਕਿਸੇ ਪਿੰਡ ਵਿੱਚ ਇੱਕ ਕਿਸਾਨ ਰਿਹਾ ਕਰਦਾ ਸੀ। ਉਸ ਕਿਸਾਨ ਦੇ ਦੋ ਪੁੱਤਰ ਸਨ। ਇੱਕ ਦਾ ਨਾਮ ਅਰਜੁਨ ਅਤੇ ਦੂਜੇ ਦਾ ਨਾਮ ਭੂਪਿੰਦਰ ਸੀ। ਉਹ ਖੇਤੀਬਾੜੀ ਕਰਦੇ ਹੋਏ ਆਰਾਮ ਅਤੇ ਖੁਸ਼ਹਾਲੀ ਨਾਲ ਆਪਣੀ ਜ਼ਿੰਦਗੀ ਬਿਤਾ ਰਹੇ ਸਨ। ਇੱਕ ਦਿਨ ਉਹ ਬਜ਼ੁਰਗ ਕਿਸਾਨ ਬਹੁਤ ਬਿਮਾਰ ਹੋ ਗਿਆ। ਉਸਨੇ ਆਪਣੇ ਦੋਨੋਂ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, ਮੇਰੇ ਬੱਚਿਆਂ, ਹੁਣ ਸ਼ਾਇਦ ਮੇਰਾ ਆਖਰੀ ਸਮਾਂ ਆ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਮਰਨ ਤੋਂ ਬਾਅਦ ਤੁਸੀਂ ਦੋਨੋਂ ਮਿਲਜੁਲ ਕਰ ਰਹੋ ਅਤੇ ਸੁਖ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਗੁਜ਼ਾਰੋ। ਮੈਂ ਬੁਰੇ ਸਮੇਂ ਲਈ ਕੁਝ ਦੌਲਤ ਸੰਭਾਲੀ ਸੀ, ਜਿਸ ਨੂੰ ਮੈਂ ਘਰ ਦੇ ਪਿੱਛੇ ਬਰਗਦ ਦੇ ਰੁੱਖ ਹੇਠਾਂ ਜ਼ਮੀਨ ਵਿੱਚ ਦੱਬ ਕੇ ਰੱਖਿਆ ਹੈ। ਇਹ ਦੌਲਤ ਹੁਣ ਤੁਹਾਡੇ ਕੰਮ ਆਵੇਗੀ, ਪਰ ਤੁਸੀਂ ਇਹ ਵਾਅਦਾ ਕਰੋ ਕਿ ਇਸ ਨੂੰ ਸਿਰਫ ਲੋੜ ਪੈਣ ਤੇ ਹੀ ਕੱਢੋਗੇ। ਦੋਨੋਂ ਭਰਾਵਾਂ ਨੇ ਆਪਣੇ ਪਿਤਾ ਜੀ ਨਾਲ ਵਾਅਦਾ ਕੀਤਾ ਕਿ ਉਹ ਉਹਨਾਂ ਦੀ ਇੱਛਾ ਅਨੁਸਾਰ ਚੱਲਣਗੇ। ਕੁਝ ਸਮੇਂ ਬਾਅਦ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ। ਛੋਟੇ ਭਰਾ ਅਰਜੁਨ ਨੂੰ ਆਪਣੇ ਪਿਤਾ ਦੇ ਗੁਜ਼ਰ ਜਾਣ ਦਾ ਬਹੁਤ ਦੁੱਖ ਹੋਇਆ, ਪਰ ਵੱਡਾ ਭਰਾ ਭੂਪਿੰਦਰ ਇਸ ਗੱਲ ਨੂੰ ਲੈ ਕੇ ਚਿੰਤਤ ਨਹੀਂ ਸੀ। ਉਸ ਦੀਆਂ ਅੱਖਾਂ ਸਿਰਫ ਉਹਨਾਂ ਦੌਲਤ ਦੇ ਵੱਲ ਟਿਕੀਆਂ ਹੋਈਆਂ ਸਨ। ਉਸ ਰਾਤ ਭੂਪਿੰਦਰ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਵਾਰ-ਵਾਰ ਕਰਵਟਾਂ ਬਦਲ ਰਿਹਾ ਸੀ। ਆਧੀ ਰਾਤ ਤੋਂ ਬਾਅਦ ਜਦੋਂ ਸਭ ਗਹਿਰੀ ਨੀਂਦ ਵਿੱਚ ਸਨ, ਉਹ ਉੱਠ ਕੇ ਬੈਠ ਗਿਆ। ਉਸਨੇ ਸੋਚਿਆ ਕਿ ਅਰਜੁਨ ਦੇ ਉੱਠਣ ਤੋਂ ਪਹਿਲਾਂ ਹੀ ਮੈਨੂੰ ਆਪਣਾ ਕੰਮ ਮੁਕੰਮਲ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਮੁੜ ਇਹ ਮੌਕਾ ਨਹੀਂ ਮਿਲੇਗਾ। ਇਹ ਸੋਚਦੇ ਹੋਏ ਉਹ ਜ਼ਮੀਨ ਖੋਦਣ ਦੇ ਸਮਾਨ ਨੂੰ ਚੁੱਕ ਕੇ ਘਰ ਦੇ ਪਿੱਛੇ ਬਰਗਦ ਦੇ ਰੁੱਖ ਕੋਲ ਪਹੁੰਚ ਗਿਆ, ਜਿੱਥੇ ਉਸਦੇ ਪਿਤਾ ਨੇ ਦੌਲਤ ਦੱਬ ਕੇ ਰੱਖੀ ਸੀ। ਕੁਝ ਹੀ ਪਲਾਂ ਵਿੱਚ ਭੂਪਿੰਦਰ ਨੇ ਜ਼ਮੀਨ ਨੂੰ ਖੋਦ ਕੇ ਸਾਰੀ ਅਸ਼ਰਫੀਆਂ ਬਾਹਰ ਕੱਢ ਲਈਆਂ। ਉਹਨਾਂ ਅਸ਼ਰਫੀਆਂ ਨੂੰ ਦੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਆਖਣ ਲੱਗਾ, ਵਾਹ, ਇੰਨਾ ਸਾਰਾ ਧਨ! ਹੁਣ ਤਾਂ ਮੈਨੂੰ ਕਦੇ ਵੀ ਮਿਹਨਤ ਨਹੀਂ ਕਰਨੀ ਪਵੇਗੀ ਅਤੇ ਨਾ ਹੀ ਕਿਸੇ ਚੀਜ਼ ਦੀ ਘਾਟ ਰਹੇਗੀ। ਉਸਨੇ ਤੁਰੰਤ ਉਹ ਅਸ਼ਰਫੀਆਂ ਭਰਿਆ ਕੜਾ ਚੁੱਕਿਆ ਅਤੇ ਇੱਕ ਹੋਰ ਰੁੱਖ ਦੇ ਹੇਠਾਂ ਜ਼ਮੀਨ ਵਿੱਚ ਦੱਬ ਦਿੱਤਾ। ਫਿਰ ਸ਼ਾਂਤੀ ਨਾਲ ਘਰ ਵਾਪਸ ਆਇਆ ਅਤੇ ਆ ਕੇ ਆਪਣੇ ਬਿਸਤਰ ਤੇ ਲੰਬਾ ਪੈ ਗਿਆ। ਸਵੇਰ ਹੋਈ ਤਾਂ ਛੋਟਾ ਭਰਾ ਅਰਜੁਨ ਉੱਠਿਆ ਅਤੇ ਜ਼ੋਰ-ਜ਼ੋਰ ਨਾਲ ਆਪਣੇ ਵੱਡੇ ਭਰਾ ਨੂੰ ਜਗਾਉਣ ਲੱਗਾ, ਭਈਆ ਉਠੋ, ਗਜ਼ਬ ਹੋ ਗਿਆ। ਘਰ ਦੇ ਪਿੱਛੇ ਰੁੱਖ ਹੇਠਾਂ ਜ਼ਮੀਨ ਖੁਦੀ ਹੋਈ ਪਈ ਹੈ ਅਤੇ ਸਾਰੀ ਅਸ਼ਰਫੀਆਂ ਵੀ ਗਾਇਬ ਹਨ। ਮੈਨੂੰ ਲੱਗਦਾ ਹੈ ਕੋਈ ਚੋਰ ਸਾਰਾ ਧਨ ਚੋਰੀ ਕਰਕੇ ਭੱਜ ਗਿਆ ਹੈ। ਭੂਪਿੰਦਰ ਆਖਣ ਲੱਗਾ, ਅਰੇ ਕੀ ਕਹਿ ਰਹੇ ਹੋ, ਚਲੋ ਮੈਂ ਵੇਖਦਾ ਹਾਂ। ਦੋਵੇਂ ਭਰਾ ਜਦੋਂ ਉਸ ਥਾਂ ਪਹੁੰਚੇ ਤਾਂ ਅਸਲ ਵਿੱਚ ਜ਼ਮੀਨ ਖੁਦੀ ਹੋਈ ਸੀ। ਅਰਜੁਨ ਨੇ ਕਿਹਾ, ਹੁਣ ਕੀ ਕਰੀਏ? ਮੇਰੇ ਵਿਚਾਰ ਵਿੱਚ ਸਾਨੂੰ ਰਾਜ ਦਰਬਾਰ ਵਿੱਚ ਜਾ ਕੇ ਸੂਚਨਾ ਦੇਣੀ ਚਾਹੀਦੀ ਹੈ। ਭੂਪਿੰਦਰ ਨੇ ਕਿਹਾ, ਠਹਿਰੋ ਅਰਜੁਨ, ਕਿਸੇ ਵੀ ਜਗ੍ਹਾ ਜਾਣ ਦੀ ਕੋਈ ਲੋੜ ਨਹੀਂ। ਅਰਜੁਨ ਨੇ ਆਖਿਆ, ਪਰ ਕਿਉਂ? ਭੂਪਿੰਦਰ ਨੇ ਗੰਭੀਰ ਆਵਾਜ਼ ਵਿੱਚ ਕਿਹਾ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਚੋਰ ਕੌਣ ਹੈ ਜਿਸਨੇ ਜ਼ਮੀਨ ਚੋਂ ਅਸ਼ਰਫੀਆਂ ਕੱਢੀਆਂ ਹਨ। ਅਰਜੁਨ ਹੈਰਾਨ ਹੋ ਗਿਆ ਅਤੇ ਪੁੱਛਣ ਲੱਗਾ, ਭਈਆ ਤੁਸੀਂ ਜਾਣਦੇ ਹੋ ਕੌਣ ਹੈ ਉਹ? ਭੂਪਿੰਦਰ ਨੇ ਕਰੜੇ ਲਹਿਜ਼ੇ ਵਿੱਚ ਕਿਹਾ, ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ ਸੁਣੋ, ਉਹ ਚੋਰ ਕੋਈ ਹੋਰ ਨਹੀਂ ਬਲਕਿ ਤੁਸੀਂ ਹੋ। ਇਹ ਸੁਣ ਕੇ ਅਰਜੁਨ ਹੈਰਾਨ ਰਹਿ ਗਿਆ ਅਤੇ ਆਖਣ ਲੱਗਾ, ਤੁਸੀਂ ਕੀ ਕਹਿ ਰਹੇ ਹੋ? ਮੈਂ ਕੋਈ ਚੋਰੀ ਨਹੀਂ ਕੀਤੀ। ਭੂਪਿੰਦਰ ਨੇ ਕਿਹਾ, ਫਾਲਤੂ ਗੱਲਾਂ ਨਾ ਕਰ। ਮੈਂ ਅਤੇ ਤੂੰ ਛੱਡ ਕੇ ਹੋਰ ਕਿਸੇ ਨੂੰ ਵੀ ਇਨ੍ਹਾਂ ਅਸ਼ਰਫੀਆਂ ਬਾਰੇ ਨਹੀਂ ਪਤਾ ਸੀ। ਇਹ ਸਾਫ਼ ਹੈ ਕਿ ਤੂੰ ਸਾਰਾ ਧਨ ਆਪਣੇ ਲਈ ਰੱਖਣਾ ਚਾਹੁੰਦਾ ਹੈ। ਅਰਜੁਨ ਨੇ ਦੁਖੀ ਹੋ ਕੇ ਕਿਹਾ, ਇਹ ਨਾ ਕਹੋ, ਮੈਂ ਸੱਚ ਕਹਿ ਰਿਹਾ ਹਾਂ, ਮੈਂ ਕੁਝ ਨਹੀਂ ਲਿਆ। ਭੂਪਿੰਦਰ ਨੇ ਗੁੱਸੇ ਵਿੱਚ ਕਿਹਾ, ਜੇ ਤੂੰ ਬੇਕਸੂਰ ਹਾਂ ਤਾਂ ਮੈਨੂੰ ਉਹ ਅਸ਼ਰਫੀਆਂ ਵਾਪਸ ਕਰ, ਨਹੀਂ ਤਾਂ ਇਹ ਘਰ ਤੇਰੇ ਲਈ ਹਮੇਸ਼ਾ ਲਈ ਬੰਦ ਹੋਵੇਗਾ। ਅਰਜੁਨ ਉਦਾਸ ਹੋ ਗਿਆ ਅਤੇ ਕਿਹਾ, ਠੀਕ ਹੈ, ਜੇਕਰ ਤੁਹਾਨੂੰ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਤਾਂ ਮੈਂ ਇਹ ਘਰ ਹੀ ਨਹੀਂ, ਇਹ ਪਿੰਡ ਵੀ ਛੱਡ ਕੇ ਚਲਾ ਜਾਂਦਾ ਹਾਂ। ਅਰਜੁਨ ਦੁਖੀ ਮਨ ਨਾਲ ਤੁਰੰਤ ਹੀ ਉਥੋਂ ਨਿਕਲ ਪਿਆ। ਤੁਰਦਿਆਂ ਉਹ ਸੋਚਣ ਲੱਗਾ ਕਿ ਬਿਨਾਂ ਸੱਚਾਈ ਜਾਣੇ ਭਈਆ ਨੇ ਮੇਰੇ ਨਾਲ ਅਜਿਹਾ ਵਿਵਹਾਰ ਕਿਉਂ ਕੀਤਾ। ਬਦਨਾਮ ਹੋਣ ਤੋਂ ਵਧੀਆ ਹੈ ਕਿ ਮੈਂ ਇਹ ਪਿੰਡ ਹੀ ਛੱਡ ਦਿਆਂ। ਉਧਰ ਘਰ ਵਿੱਚ ਆਰਾਮ ਨਾਲ ਬੈਠਾ ਭੂਪਿੰਦਰ ਇਹੀ ਸੋਚ ਰਿਹਾ ਸੀ ਕਿ ਵਾਹ, ਕਿੰਨੀ ਆਸਾਨੀ ਨਾਲ ਇੱਕ ਘੰਟਾ ਆਪਣੇ ਆਪ ਹੀ ਨਿਕਲ ਗਿਆ। ਹੁਣ ਸਾਰੀਆਂ ਅਸ਼ਰਫੀਆਂ ਸਿਰਫ ਮੇਰੀਆਂ ਹਨ ਅਤੇ ਮੈਨੂੰ ਕਿਸੇ ਹੋਰ ਨਾਲ ਇਹ ਨਹੀਂ ਵੰਡਣੀਆਂ। ਦੂਜੇ ਪਾਸੇ ਅਰਜੁਨ ਬਹੁਤ ਦੁਖੀ ਹੋ ਕੇ ਤੁਰਿਆ ਜਾ ਰਿਹਾ ਸੀ। ਸ਼ਾਮ ਹੋ ਚੁੱਕੀ ਸੀ ਅਤੇ ਉਸਦੇ ਮਨ ਵਿੱਚ ਹਜ਼ਾਰਾਂ ਵਿਚਾਰ ਆ ਰਹੇ ਸਨ। ਇੱਕ ਹੋਰ ਸੋਚ ਉਸਦੇ ਮਨ ਵਿੱਚ ਆਈ ਕਿ ਕਿਤੇ ਭਈਆ ਨੇ ਧਨ ਹੜਪਣ ਲਈ ਕੋਈ ਚਾਲ ਤਾਂ ਨਹੀਂ ਚੱਲੀ। ਉਹ ਆਪਣੇ ਵਿਚਾਰਾਂ ਵਿੱਚ ਖੋਇਆ ਹੋਇਆ ਅੱਗੇ ਤੁਰਿਆ ਜਾ ਰਿਹਾ ਸੀ ਕਿ ਅਚਾਨਕ ਹੀ ਇੱਕ ਵੱਡੀ ਚਟਾਨ ਉੱਤੇ ਬੈਠ ਗਿਆ। ਹੁਣ ਰਾਤ ਹੋ ਚੁੱਕੀ ਸੀ ਤੇ ਚੌਂਫੇਰੇ ਕਨਾ ਹਨੇਰਾ ਛਾਇਆ ਹੋਇਆ ਸੀ। ਉਲਝਣ ਵਿੱਚ ਪਿਆ ਅਰਜੁਨ ਇਹ ਸਭ ਸੋਚ ਹੀ ਰਿਹਾ ਸੀ ਕਿ ਅਚਾਨਕ ਉਸਦੇ ਕੰਨੀ ਇੱਕ ਆਵਾਜ਼ ਪਈ, ਇਹ 4000 ਤੇਰੇ ਤੇ 4000 ਮੇਰੇ। ਉਹ ਸੋਚਣ ਲੱਗਾ,
ਇਹ ਕਿਸ ਦੀ ਆਵਾਜ਼ ਹੈ? ਸੱਚਾਈ ਜਾਣਨ ਲਈ ਉਹ ਹੌਲੀ-ਹੌਲੀ ਹੇਠਾਂ ਵੱਲ ਝੁਕਿਆ। ਉਸਨੇ ਵੇਖਿਆ ਕਿ ਉੱਥੇ 3 ਆਦਮੀ ਬੈਠੇ ਹੋਏ ਹਨ ਜੋ ਕਿ ਕਿਸੇ ਤਨ ਦਾ ਵੰਡ ਕਰ ਰਹੇ ਹਨ। ਅਰਜੁਨ ਨੂੰ ਤੁਰੰਤ ਸਮਝ ਆ ਗਈ ਕਿ ਇਹ ਚੋਰ ਹਨ ਅਤੇ ਇਹ ਚੋਰੀ ਕੀਤਾ ਹੋਇਆ ਤਨ ਵੰਡ ਰਹੇ ਹਨ। ਪਰ ਜਦੋਂ ਉਹ ਉਹਨਾਂ ਦੀ ਗੱਲ ਸੁਣ ਰਿਹਾ ਸੀ ਤਦੋਂ ਹੀ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਉਹਨਾਂ ਚੋਰਾਂ ਦੇ ਵਿੱਚ ਜਾ ਡਿੱਗਿਆ। ਹਨੇਰਾ ਹੋਣ ਕਰਕੇ ਚੋਰਾਂ ਨੂੰ ਕੁਝ ਵੀ ਨਹੀਂ ਦਿਸਿਆ ਅਤੇ ਉਹ ਡਰ ਕੇ ਭੱਜਣ ਲੱਗੇ। ਉਹ ਆਖਣ ਲੱਗੇ, ਭੱਜੋ, ਇਹ ਸ਼ਾਇਦ ਰਾਜੇ ਦਾ ਕੋਈ ਗੁਪਤਚਰ ਜਾਂ ਸਿਪਾਹੀ ਹੈ ਜੋ ਸਾਨੂੰ ਫੜਨ ਆਇਆ ਹੈ। ਡਰ ਦੇ ਮਾਰੇ ਚੋਰ ਆਪਣਾ ਚੋਰੀ ਕੀਤਾ ਹੋਇਆ ਤਨ ਉੱਥੇ ਛੱਡ ਕੇ ਭੱਜ ਗਏ। ਅਰਜੁਨ ਨੇ ਜਦੋਂ ਉਹਨਾਂ ਮੁਦਰਾਵਾਂ ਨੂੰ ਵੇਖਿਆ ਤਾਂ ਉਹ ਮਨ ਹੀ ਮਨ ਬਹੁਤ ਖੁਸ਼ ਹੋਇਆ। ਪਰ ਫਿਰ ਉਸ ਦੇ ਮਨ ਵਿੱਚ ਹੋਰ ਇੱਕ ਵਿਚਾਰ ਆਇਆ, ਇਹ ਤਾਂ ਚੋਰੀ ਕੀਤੀਆਂ ਹੋਈਆਂ ਮੁਦਰਾਵਾਂ ਹਨ, ਇਹਨੂੰ ਲੈ ਜਾਣਾ ਠੀਕ ਨਹੀਂ ਹੋਵੇਗਾ। ਇਹ ਸੋਚਦੇ ਹੋਏ ਉਸਨੇ ਉਹਨਾਂ ਮੁਦਰਾਵਾਂ ਨੂੰ ਇੱਕ ਰੁੱਖ ਹੇਠਾਂ ਦੱਬ ਦਿੱਤਾ ਅਤੇ ਰਾਤ ਉੱਥੇ ਹੀ ਬਿਤਾਈ। ਸਵੇਰ ਹੋਈ ਤਾਂ ਉਹ ਆਪਣੀ ਮੰਜ਼ਿਲ ਵੱਲ ਤੁਰ ਪਿਆ। ਦੁਪਹਿਰ ਹੋਣ ਤੱਕ ਉਹ ਇੱਕ ਘਣੇ ਜੰਗਲ ਵਿੱਚੋਂ ਲੰਘ ਰਿਹਾ ਸੀ ਕਿ ਅਚਾਨਕ ਕੁਝ ਲੁਟੇਰੇ ਉਸ ਦੇ ਆਲੇ-ਦੁਆਲੇ ਆ ਗਏ। ਉਹਨਾਂ ਦਾ ਸਰਦਾਰ ਗੱਜ ਕੇ ਕਹਿਣ ਲੱਗਾ, ਸਾਵਧਾਨ, ਜੋ ਕੁਝ ਵੀ ਤੇਰੇ ਕੋਲ ਹੈ ਤੁਰੰਤ ਬਾਹਰ ਕੱਢ ਦੇ, ਨਹੀਂ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ। ਅਰਜੁਨ ਨੇ ਲੁਟੇਰਿਆਂ ਦੀ ਗੱਲ ਸੁਣ ਕੇ ਕਿਹਾ, ਭਾਈਓ, ਮੈਂ ਤਾਂ ਖੁਦ ਹੀ ਇੱਕ ਮੁਸੀਬਤ ਵਿੱਚ ਫਸਿਆ ਹੋਇਆ ਹਾਂ, ਮੇਰੇ ਕੋਲ ਧਨ ਕਿੱਥੋਂ ਆ ਸਕਦਾ ਹੈ? ਲੁਟੇਰਿਆਂ ਦਾ ਸਰਦਾਰ ਗੁੱਸੇ ਨਾਲ ਕਹਿਣ ਲੱਗਾ, ਇਹ ਝੂਠ ਬੋਲ ਰਿਹਾ ਹੈ, ਇਸ ਦੀ ਤਲਾਸ਼ੀ ਲਓ। ਜਦੋਂ ਲੁਟੇਰਿਆਂ ਨੇ ਅਰਜੁਨ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਕੋਈ ਵੀ ਵਸਤੂ ਨਾ ਮਿਲੀ। ਇਹ ਵੇਖ ਕੇ ਸਰਦਾਰ ਗੁੱਸੇ ਨਾਲ ਚਿਲਾਇਆ, ਕੋਈ ਗੱਲ ਨਹੀਂ, ਜੇ ਇਸ ਦੇ ਕੋਲ ਪੈਸੇ ਨਹੀਂ ਤਾਂ ਵੀ ਇਹ ਸਾਡੇ ਕੰਮ ਆ ਸਕਦਾ ਹੈ, ਇਸ ਨੂੰ ਆਪਣੇ ਠਿਕਾਣੇ ਲੈ ਚਲੋ, ਇਸ ਦੀ ਦੇਵੀ ਮਾਤਾ ਨੂੰ ਬਲੀ ਚੜਾਈ ਜਾਵੇਗੀ। ਇਹ ਗੱਲ ਸੁਣ ਕੇ ਅਰਜੁਨ ਦੇ ਹੋਸ਼ ਉੱਡ ਗਏ। ਉਹ ਸੋਚਣ ਲੱਗਾ, ਇੱਕ ਪਾਸੇ ਮੈਂ ਪਹਿਲਾਂ ਹੀ ਮੁਸੀਬਤ ਵਿੱਚ ਸੀ, ਹੁਣ ਇਹਨਾਂ ਡਾਕੂਆਂ ਦੇ ਚੰਗਲ ਵਿੱਚ ਫਸ ਗਿਆ ਹਾਂ, ਹੁਣ ਤਾਂ ਹੋਰ ਵੀ ਵੱਡੀ ਮੁਸੀਬਤ ਆ ਗਈ ਸੀ। ਉਧਰ ਕੁਝ ਡਾਕੂਆਂ ਨੇ ਅਰਜੁਨ ਦੇ ਹੱਥ ਬੰਨ੍ਹ ਦਿੱਤੇ ਅਤੇ ਉਸ ਨੂੰ ਚੁੱਕ ਕੇ ਆਪਣੇ ਠਿਕਾਣੇ ਲੈ ਗਏ। ਪਰ ਠਿਕਾਣੇ ਪਹੁੰਚਣ ਤੱਕ ਅਰਜੁਨ ਨੂੰ ਇੱਕ ਉਪਾਅ ਸੋਚਾ ਆ ਗਿਆ। ਠਿਕਾਣੇ ਤੇ ਪਹੁੰਚਣ ਦੇ ਬਾਅਦ ਅਰਜੁਨ ਨੇ ਲੁਟੇਰਿਆਂ ਦੇ ਸਰਦਾਰ ਨੂੰ ਕਿਹਾ, ਜੇ ਤੁਸੀਂ ਮੈਨੂੰ ਆਪਣੇ ਗਿਰੋਹ ਵਿੱਚ ਸ਼ਾਮਲ ਕਰਨ ਦਾ ਵਾਅਦਾ ਕਰੋ ਤਾਂ ਮੈਂ ਤੁਹਾਨੂੰ 8000 ਸੋਨੇ ਦੀਆਂ ਮੁਦਰਾਵਾਂ ਦਾ ਪਤਾ ਦੱਸ ਸਕਦਾ ਹਾਂ। ਇਹ ਸੁਣ ਕੇ ਲੁਟੇਰਿਆਂ ਦਾ ਸਰਦਾਰ ਹੈਰਾਨ ਹੋ ਗਿਆ ਤੇ ਕਿਹਾ, 8000 ਮੁਦਰਾਵਾਂ? ਜੇ ਤੁਸੀਂ ਵਾਸਤਵ ਵਿੱਚ ਸੱਚ ਬੋਲ ਰਹੇ ਹੋ ਤਾਂ ਅਸੀਂ ਤੁਹਾਡੀ ਸ਼ਰਤ ਮੰਨਦੇ ਹਾਂ, ਜਲਦੀ ਦੱਸੋ, ਉਹ ਧਨ ਕਿੱਥੇ ਹੈ? ਅਰਜੁਨ ਨੇ ਕਿਹਾ, ਦੇਖੋ ਭਾਈ, ਹੁਣ ਰਾਤ ਹੋਣ ਵਾਲੀ ਹੈ, ਇਸ ਸਮੇਂ ਉੱਥੇ ਜਾਣਾ ਬਿਲਕੁਲ ਠੀਕ ਨਹੀਂ ਹੈ, ਕੱਲ ਸਵੇਰੇ ਮੈਂ ਤੁਹਾਨੂੰ ਉੱਥੇ ਲੈ ਚਲਾਂਗਾ। ਲੁਟੇਰਿਆਂ ਦੇ ਸਰਦਾਰ ਨੇ ਕਿਹਾ, ਠੀਕ ਹੈ, ਪਰ ਸਾਵਧਾਨ, ਸਾਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੀ। ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਕੋਈ ਚਾਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਜਾਮ ਬਹੁਤ ਭਿਆਨਕ ਹੋਵੇਗਾ। ਅਰਜੁਨ ਨੇ ਕਿਹਾ, ਚਿੰਤਾ ਨਾ ਕਰੋ ਸਰਦਾਰ ਜੀ, ਮੈਂ ਤੁਹਾਡੇ ਨਾਲ ਕੋਈ ਧੋਖਾ ਨਹੀਂ ਕਰਾਂਗਾ। ਅਗਲੇ ਦਿਨ ਸਵੇਰੇ ਅਰਜੁਨ ਉਹਨਾਂ ਚੋਰਾਂ ਨੂੰ ਉਹੀ ਥਾਂ ਤੇ ਲੈ ਗਿਆ ਜਿੱਥੇ ਉਸਨੇ ਉਹਨਾਂ ਸੋਨੇ ਦੀਆਂ ਮੁਦਰਾਵਾਂ ਨੂੰ ਦੱਬਿਆ ਹੋਇਆ ਸੀ। ਸਰਦਾਰ ਦੇ ਹੁਕਮ ਉੱਤੇ ਲੁਟੇਰਿਆਂ ਨੇ ਜ਼ਮੀਨ ਖੋਦੀ ਅਤੇ ਕੁਝ ਸਮੇਂ ਬਾਅਦ ਉਹਨਾਂ ਸਾਹਮਣੇ ਸੋਨੇ ਦੀਆਂ ਮੁਦਰਾਵਾਂ ਆ ਗਈਆਂ। ਇਹ ਸੋਨੇ ਦੀਆਂ ਮੁਦਰਾਵਾਂ ਵੇਖ ਕੇ ਸਾਰੇ ਡਾਕੂ ਬਹੁਤ ਖੁਸ਼ ਹੋ ਗਏ। ਅਰਜੁਨ ਨੇ ਸੁਵਰਨ ਮੁਦਰਾਵਾਂ ਆਪਣੇ ਥੈਲੇ ਵਿੱਚ ਭਰੀਆਂ ਅਤੇ ਲੁਟੇਰਿਆਂ ਦੇ ਅੱਡੇ ਵੱਲ ਚੱਲ ਪਿਆ। ਪਰ ਉਸ ਦੇ ਮਨ ਵਿੱਚ ਹਾਲੇ ਵੀ ਹੋਰ ਕੋਈ ਯੋਜਨਾ ਚੱਲ ਰਹੀ ਸੀ। ਉਹ ਸੋਚ ਰਿਹਾ ਸੀ ਕਿ ਇਹ ਮੁਦਰਾਵਾਂ ਤਾਂ ਕਿਵੇਂ ਵੀ ਮੇਰੇ ਕੰਮ ਆ ਗਈਆਂ, ਪਰ ਜਲਦੀ ਹੀ ਇਹ ਮੇਰੇ ਕਾਰਨ ਆਪਣੀ ਮੌਤ ਨੂੰ ਪ੍ਰਾਪਤ ਹੋ ਜਾਣਗੇ। ਇਸ ਘਟਨਾ ਤੋਂ ਬਾਅਦ ਅਰਜੁਨ ਲੁਟੇਰਿਆਂ ਦੇ ਗਰੋਹ ਵਿੱਚ ਹੀ ਰਹਿਣ ਲੱਗਾ ਅਤੇ ਗਰੋਹ ਦੇ ਸਰਦਾਰ ਦਾ ਸਭ ਤੋਂ ਵਿਸ਼ਵਾਸਯੋਗ ਵਿਅਕਤੀ ਬਣ ਗਿਆ। ਕੁਝ ਸਮੇਂ ਬਾਅਦ ਉਸਨੇ ਸਰਦਾਰ ਕੋਲ ਜਾ ਕੇ ਕਿਹਾ, ਸਰਦਾਰ, ਮੈਂ 10 ਦਿਨ ਲਈ ਆਪਣੇ ਘਰ ਜਾਣਾ ਚਾਹੁੰਦਾ ਹਾਂ, ਮੇਰੀ ਬੁੱਢੀ ਮਾਂ ਬਹੁਤ ਬਿਮਾਰ ਹੈ, ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ। ਸਰਦਾਰ, ਜੋ ਕਿ ਅਰਜੁਨ ਦੀ ਯੋਜਨਾ ਤੋਂ ਬਿਲਕੁਲ ਅਣਜਾਣ ਸੀ, ਉਸ ਨੂੰ ਆਪਣਾ ਸਭ ਤੋਂ ਵਿਸ਼ਵਾਸਯੋਗ ਸਾਥੀ ਮੰਨਦਾ ਸੀ। ਇਸ ਕਰਕੇ ਉਸਨੇ ਬਿਨਾਂ ਕਿਸੇ ਸ਼ੱਕ ਦੇ ਅਰਜੁਨ ਨੂੰ 10 ਦਿਨ ਲਈ ਜਾਣ ਦੀ ਇਜਾਜ਼ਤ ਦੇ ਦਿੱਤੀ। ਪਰ ਅਰਜੁਨ ਆਪਣੇ ਘਰ ਜਾਣ ਦੀ ਬਜਾਏ ਸਿੱਧਾ ਰਾਜਾ ਦੇ ਮਹਿਲ ਵੱਲ ਤੁਰ ਪਿਆ। ਰਾਜਮਹਿਲ ਵਿੱਚ ਰਾਜਾ ਪਹਿਲਾਂ ਹੀ ਡਾਕੂ ਜਗੀਰਾ ਦੇ ਆਤੰਕ ਤੋਂ ਬਹੁਤ ਹੀ ਤੰਗ ਸੀ। ਉਹ ਆਪਣੇ ਮੰਤਰੀ ਨਾਲ ਗੱਲ ਕਰ ਰਿਹਾ ਸੀ ਕਿ ਇਹ ਡਾਕੂ ਕਦੋਂ ਪਕੜਿਆ ਜਾਵੇਗਾ। ਪੂਰਾ ਰਾਜ ਇਸ ਦੇ ਆਤੰਕ ਨਾਲ ਤੰਗ ਆ ਗਿਆ ਹੈ। ਉਹਨਾਂ ਦੀ ਗੱਲਬਾਤ ਦੇ ਦੌਰਾਨ ਇੱਕ ਪਹਿਰੇਦਾਰ ਆਇਆ ਅਤੇ ਕਿਹਾ, ਮਹਾਰਾਜ, ਇੱਕ ਵਿਅਕਤੀ ਤੁਹਾਡੇ ਨਾਲ ਡਾਕੂ ਜਗੀਰਾ ਬਾਰੇ ਗੱਲ ਕਰਨਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕਿ ਉਹ ਉਸ ਬਾਰੇ ਸਭ ਕੁਝ ਜਾਣਦਾ ਹੈ। ਰਾਜਾ ਨੇ ਹੁਕਮ ਦਿੱਤਾ ਕਿ ਉਸ ਵਿਅਕਤੀ ਨੂੰ ਤੁਰੰਤ ਹਾਜ਼ਰ ਕੀਤਾ ਜਾਵੇ। ਕੁਝ ਸਮੇਂ ਬਾਅਦ ਅਰਜੁਨ ਰਾਜਾ ਦੇ ਸਾਹਮਣੇ ਪਹੁੰਚ ਗਿਆ। ਅਰਜੁਨ ਨੇ ਪ੍ਰਣਾਮ ਕਰਦੇ ਹੋਏ ਕਿਹਾ, ਮਹਾਰਾਜ, ਮੇਰਾ ਨਾਮ ਅਰਜੁਨ ਹੈ,
ਅਤੇ ਮੈਂ ਜਗੀਰਾ ਬਾਰੇ ਬਹੁਤ ਕੁਝ ਜਾਣਦਾ ਹਾਂ। ਪਰ ਉਸਨੇ ਅਗਲੇ ਸ਼ਬਦ ਜੋੜੇ, ਮੈਂ ਇਹ ਗੱਲ ਤੁਹਾਡੇ ਨਾਲ ਇਕਾਂਤ ਵਿੱਚ ਕਰਨੀ ਚਾਹੁੰਦਾ ਹਾਂ। ਮੰਤਰੀ ਨੇ ਰੋਸ ਵਿੱਚ ਕਿਹਾ, ਦੁਸ਼ਟ ਰਾਜਾ ਦੇ ਵਿਸ਼ਵਾਸਯੋਗ ਲੋਕ ਇੱਥੇ ਮੌਜੂਦ ਹਨ, ਜੋ ਵੀ ਕਹਿਣਾ ਹੈ ਸਭ ਦੇ ਸਾਹਮਣੇ ਕਹੋ। ਪਰ ਰਾਜਾ ਨੇ ਮੰਤਰੀ ਨੂੰ ਰੋਕਦੇ ਹੋਏ ਕਿਹਾ, ਜੇਕਰ ਇਹ ਵਿਅਕਤੀ ਇਕਾਂਤ ਵਿੱਚ ਗੱਲ ਕਰਨਾ ਚਾਹੁੰਦਾ ਹੈ ਤਾਂ ਅਸੀਂ ਇਹ ਗੱਲ ਇਕਾਂਤ ਵਿੱਚ ਹੀ ਕਰਾਂਗੇ। ਅਰਜੁਨ ਨੇ ਫਿਰ ਰਾਜਾ ਨੂੰ ਸਾਰਾ ਕੁਝ ਦੱਸ ਦਿੱਤਾ ਕਿ ਉਹ ਕਿਵੇਂ ਲੁਟੇਰਿਆਂ ਦੇ ਗਰੋਹ ਵਿੱਚ ਦਾਖਲ ਹੋਇਆ ਅਤੇ ਹੁਣ ਜਗੀਰਾ ਨੂੰ ਫੜਨ ਦੀ ਯੋਜਨਾ ਬਣਾਈ। ਇਹ ਸੁਣ ਕੇ ਰਾਜਾ ਨੇ ਅਰਜੁਨ ਦੀ ਚਤੁਰਾਈ ਅਤੇ ਸੱਸ ਦੀ ਵਡਾਈ ਕੀਤੀ ਅਤੇ ਕਿਹਾ, ਨੌਜਵਾਨ, ਲੁਟੇਰਿਆਂ ਨੂੰ ਫੜਨ ਲਈ ਤੈਨੂੰ ਜੋ ਵੀ ਸਹਿਯੋਗ ਚਾਹੀਦਾ ਹੋਵੇ ਬੇਝਿਜਕ ਮੰਗੋ, ਮੈਂ ਪੂਰੀ ਤਰ੍ਹਾਂ ਤੇਰੇ ਨਾਲ ਹਾਂ। ਅਰਜੁਨ ਕਹਿਣ ਲੱਗਾ, ਮਹਾਰਾਜ, ਕੱਲ ਰਾਤ ਨੂੰ ਤੁਸੀਂ ਘੱਟੋ-ਘੱਟ 300 ਸਿਪਾਹੀਆਂ ਨੂੰ ਮੇਰੇ ਨਾਲ ਭੇਜੋ। ਮੈਂ ਉਹਨਾਂ ਨੂੰ ਡਾਕੂਆਂ ਦੇ ਅੱਡੇ ਤੱਕ ਲੈ ਜਾਵਾਂਗਾ, ਜਿੱਥੇ ਸਾਡੇ ਸੈਨਾ ਦੇ ਜਵਾਨ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਕਾਬੂ ਕਰ ਲੈਣਗੇ। ਮਹਾਰਾਜ ਨੇ ਕਿਹਾ, ਬਿਲਕੁਲ ਠੀਕ ਹੈ ਨੌਜਵਾਨ, ਤੇਰੀ ਯੋਜਨਾ ਬਹੁਤ ਚੰਗੀ ਹੈ। ਤੈਅ ਹੋਇਆ ਕਿ ਕੱਲ ਰਾਤ ਨੂੰ ਸੈਨਾ ਨੂੰ ਅਰਜੁਨ ਦੇ ਨਾਲ ਭੇਜਿਆ ਜਾਵੇ। ਉਸ ਰਾਤ ਅਰਜੁਨ ਆਪਣੀ ਯੋਜਨਾ ਅਨੁਸਾਰ ਸਿਪਾਹੀਆਂ ਨੂੰ ਲੈ ਕੇ ਡਾਕੂਆਂ ਦੇ ਅੱਡੇ ਤੇ ਪਹੁੰਚ ਗਿਆ। ਸਿਪਾਹੀਆਂ ਨੇ ਡਾਕੂਆਂ ਤੇ ਹਮਲਾ ਕਰ ਦਿੱਤਾ। ਥੋੜੀ ਹੀ ਦੇਰ ਵਿੱਚ ਕਈ ਡਾਕੂ ਮਾਰੇ ਗਏ ਤੇ ਬਾਕੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਉਹਨਾਂ ਨੂੰ ਮਹਾਰਾਜ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਤਾਂ ਡਾਕੂਆਂ ਦਾ ਸਰਦਾਰ ਸੋਚਣ ਲੱਗਾ ਕਿ ਕਿਵੇਂ ਅਰਜੁਨ ਨੇ ਉਸ ਨਾਲ ਵਿਸ਼ਵਾਸਘਾਤ ਕੀਤਾ। ਜਿਹੜਾ ਵਿਅਕਤੀ ਉਸ ਦਾ ਸਭ ਤੋਂ ਵਫਾਦਾਰ ਲੱਗਦਾ ਸੀ, ਉਹੀ ਅਸਲ ਵਿੱਚ ਉਹਨਾਂ ਨੂੰ ਫੜਵਾਉਣ ਦੀ ਯੋਜਨਾ ਬਣਾ ਰਿਹਾ ਸੀ। ਅਗਲੇ ਦਿਨ ਦਰਬਾਰ ਵਿੱਚ ਸਭ ਮੰਤਰੀਆਂ ਅਤੇ ਅਮੀਰ ਉਮਰਾਵਾਂ ਨਾਲ ਵਿਚਾਰ ਵਟਾਂਦਰਾ ਕਰਕੇ ਮਹਾਰਾਜ ਨੇ ਫੈਸਲਾ ਲਿਆ ਕਿ ਇਹਨਾਂ ਸਭ ਡਾਕੂਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਹਨਾਂ ਨੇ ਹੁਕਮ ਦਿੱਤਾ, ਇਹਨਾਂ ਨੇ ਕਿਸੇ ਤੇ ਦਇਆ ਨਹੀਂ ਦਿਖਾਈ, ਇਸ ਲਈ ਇਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਰਿਆਇਤ ਨਹੀਂ ਮਿਲਣੀ ਚਾਹੀਦੀ। 2 ਦਿਨਾਂ ਦੇ ਅੰਦਰ ਅੰਦਰ ਇਹਨਾਂ ਨੂੰ ਫਾਂਸੀ ਤੇ ਲਟਕਾ ਦਿਓ। ਮਹਾਰਾਜ ਨੇ ਅਰਜੁਨ ਦੀ ਹਿੰਮਤ ਅਤੇ ਚਤੁਰਾਈ ਦੀ ਵਡਾਈ ਕੀਤੀ ਅਤੇ ਉਸ ਨੂੰ ਰਾਜ ਦਾ ਨਵਾਂ ਸੈਨਾਪਤੀ ਨਿਯੁਕਤ ਕਰ ਦਿੱਤਾ। ਅਰਜੁਨ ਨੇ ਮਹਾਰਾਜ ਦਾ ਧੰਨਵਾਦ ਕੀਤਾ ਕਿ ਉਸ ਨੂੰ ਦੇਸ਼ ਦੀ ਸੇਵਾ ਕਰਨ ਲਈ ਯੋਗ ਸਮਝਿਆ ਗਿਆ। ਦੂਜੀ ਤਰਫ ਭੂਪਿੰਦਰ, ਜੋ ਅਰਜੁਨ ਦਾ ਵੱਡਾ ਭਰਾ ਸੀ, ਆਪਣੇ ਪਿਤਾ ਦੀ ਮਿਹਨਤ ਦੀ ਕਮਾਈ ਨੂੰ ਮੈਲੇ ਰਾਵਾਂ 'ਚ ਗਵਾ ਰਿਹਾ ਸੀ। ਉਸ ਨੂੰ ਸ਼ਰਾਬ ਅਤੇ ਜੂਏ ਦੀ ਲਤ ਲੱਗ ਚੁੱਕੀ ਸੀ। ਕਿਉਂਕਿ ਉਹ ਧਨ ਉਸ ਦੀ ਖੁਦ ਦੀ ਕਮਾਈ ਨਹੀਂ ਸੀ, ਇਸ ਲਈ ਉਹ ਉਸ ਨੂੰ ਬੇਰਮੀ ਨਾਲ ਉਡਾ ਰਿਹਾ ਸੀ। ਭੂਪਿੰਦਰ ਦੀ ਹਾਲਤ ਬਹੁਤ ਹੀ ਬੇਹਾਲ ਹੋ ਚੁੱਕੀ ਸੀ। ਉਸ ਦੇ ਕੋਲ ਖਾਣ ਪੀਣ ਲਈ ਵੀ ਕੁਝ ਨਹੀਂ ਬਚਿਆ ਸੀ ਅਤੇ ਪੂਰੇ ਪਿੰਡ 'ਚ ਉਹ ਆਪਣੀ ਬਦਨਾਮੀ ਕਾਰਨ ਕੋਈ ਵੀ ਕੰਮ ਲੱਭਣ ਵਿੱਚ ਅਸਮਰਥ ਰਿਹਾ। ਜਦ ਉਹਨੂੰ ਲੱਗਾ ਕਿ ਹੁਣ ਇੱਥੇ ਰਹਿ ਕੇ ਉਹ ਭੁੱਖਾ ਮਰ ਜਾਵੇਗਾ ਤਾਂ ਉਸਨੇ ਨਿਰਣੈ ਲਿਆ ਕਿ ਕਿਸੇ ਹੋਰ ਪਿੰਡ ਜਾਂ ਨਗਰ 'ਚ ਜਾ ਕੇ ਕੋਈ ਕੰਮ-ਧੰਦਾ ਲੱਭਣਾ ਚਾਹੀਦਾ ਹੈ। ਇਹੀ ਸੋਚਦੇ ਹੋਏ ਉਹ ਆਪਣੇ ਘਰ ਨੂੰ ਛੱਡ ਕੇ ਨਿਕਲ ਪਿਆ। ਚਲਦੇ ਉਹ ਉਸੇ ਰਾਜਧਾਨੀ ਵਿੱਚ ਪਹੁੰਚ ਗਿਆ ਜਿੱਥੇ ਉਸਦਾ ਭਰਾ ਅਰਜੁਨ ਹੁਣ ਸੈਨਾਪਤੀ ਬਣ ਚੁੱਕਾ ਸੀ। ਉਸਨੇ ਨਗਰ ਦੀ ਇੱਕ ਵੱਡੀ ਦੁਕਾਨ ਤੇ ਜਾ ਕੇ ਇੱਕ ਸੇਠ ਜੀ ਤੋਂ ਕੰਮ ਦੀ ਮੰਗ ਕੀਤੀ। ਪਰ ਸੇਠ ਨੇ ਉਸਦੀ ਸੂਰਤ ਵੇਖ ਕੇ ਹੀ ਕਹਿ ਦਿੱਤਾ, ਤੂੰ ਤਾਂ ਚੋਰ ਤੇ ਠੱਗ ਵਰਗਾ ਲੱਗ ਰਿਹਾ ਹੈ, ਤੈਨੂੰ ਕੋਈ ਵੀ ਕੰਮ ਨਹੀਂ ਦੇਵੇਗਾ। ਇਹ ਗੱਲ ਸੁਣ ਕੇ ਭੂਪਿੰਦਰ ਦੇ ਮਨ 'ਚ ਚੋਰੀ ਕਰਨ ਦਾ ਖਿਆਲ ਆ ਗਿਆ। ਉਹਨਾਂ ਦੀਆਂ ਨਜ਼ਰਾਂ ਇੱਕ ਸੁਵਰਨ ਮੁਦਰਾਵਾਂ ਨਾਲ ਭਰੀ ਥੈਲੀ ਤੇ ਪਈ ਤੇ ਉਸਨੇ ਉਹਨੂੰ ਚੁਪਕੇ ਨਾਲ ਚੁੱਕ ਲਿਆ। ਅਚਾਨਕ ਹੀ ਉਹ ਉੱਥੋਂ ਦੌੜ ਪਿਆ ਤੇ ਸੇਠ ਦੇ ਚੀਕ ਪਾਉਣ ਦੇ ਬਾਵਜੂਦ ਕੋਈ ਵੀ ਉਸ ਨੂੰ ਫੜ ਨਹੀਂ ਸਕਿਆ। ਉੱਥੇ ਸੈਨਾਪਤੀ ਬਣ ਚੁੱਕਾ ਅਰਜੁਨ ਆਪਣੀ ਨੌਕਰੀ ਬਹੁਤ ਹੀ ਸੱਚਾਈ ਨਾਲ ਨਿਭਾ ਰਿਹਾ ਸੀ। ਇੱਕ ਦਿਨ ਮਹਾਰਾਜ ਨੇ ਉਸ ਨੂੰ ਦਰਬਾਰ 'ਚ ਬੁਲਾਇਆ ਅਤੇ ਕਿਹਾ, ਅਰਜੁਨ, ਤੂੰ ਬਹੁਤ ਹੀ ਬਹਾਦਰ, ਸਮਝਦਾਰ ਅਤੇ ਇਮਾਨਦਾਰ ਵਿਅਕਤੀ ਹੈ। ਮੈਂ ਚਾਹੁੰਦਾ ਹਾਂ ਕਿ ਮੇਰੀ ਧੀ ਨਾਲ ਤੇਰਾ ਵਿਆਹ ਕਰਵਾ ਦਿੱਤਾ ਜਾਵੇ। ਮਹਾਰਾਜ ਨੇ ਪੁੱਛਿਆ ਕਿ ਕੀ ਉਹ ਇਹ ਵਿਆਹ ਕਰਨਾ ਚਾਹੇਗਾ। ਅਰਜੁਨ ਨੇ ਜਵਾਬ ਦਿੱਤਾ, ਮਹਾਰਾਜ, ਜੇਕਰ ਇਹ ਤੁਹਾਡੀ ਇੱਛਾ ਹੈ ਤਾਂ ਮੈਂ ਇਸ ਨੂੰ ਮੰਨਣ ਲਈ ਤਿਆਰ ਹਾਂ। ਇਹ ਸੁਣ ਕੇ ਮਹਾਰਾਜ ਬਹੁਤ ਖੁਸ਼ ਹੋਏ ਅਤੇ ਕੁਝ ਦਿਨਾਂ ਵਿੱਚ ਹੀ ਵਿਆਹ ਦੀ ਰਸਮ ਪੂਰੀ ਕਰਵਾਈ ਗਈ। ਵਿਆਹ ਦੇ ਕੁਝ ਦਿਨਾਂ ਬਾਅਦ ਮਹਾਰਾਜ ਨੇ ਅਰਜੁਨ ਨੂੰ ਬੁਲਾ ਕੇ ਕਿਹਾ, ਬੇਟਾ ਅਰਜੁਨ, ਹੁਣ ਸਾਨੂੰ 70 ਸਾਲ ਹੋ ਗਏ ਹਨ। ਹੁਣ ਸਮਾਂ ਆ ਗਿਆ ਹੈ ਕਿ ਰਾਜ ਦੀ ਬਾਗਡੋਰ ਤੂੰ ਸੰਭਾਲ ਲੈ। ਅਰਜੁਨ ਨੇ ਆਖਿਆ, ਮਹਾਰਾਜ, ਤੁਹਾਨੂੰ ਜੋ ਵੀ ਠੀਕ ਲੱਗੇ ਉਹੀ ਕਰੋ। ਅਗਲੇ ਹੀ ਦਿਨ ਅਰਜੁਨ ਦਾ ਰਾਜ ਤਿਲਕ ਕਰ ਦਿੱਤਾ ਗਿਆ ਅਤੇ ਮਹਾਰਾਜ ਤੀਰਥ ਯਾਤਰਾ ਤੇ ਨਿਕਲ ਗਏ। ਕੁਝ ਮਹੀਨੇ ਬੜੀ ਸ਼ਾਂਤੀ ਨਾਲ ਬੀਤ ਗਏ, ਪਰ ਅਰਜੁਨ ਲਈ ਸਭ ਤੋਂ ਵੱਡੀ ਸਮੱਸਿਆ ਉਸਦਾ ਆਪਣਾ ਭਰਾ ਭੂਪਿੰਦਰ ਬਣਿਆ, ਜੋ ਹੁਣ ਤੱਕ ਇੱਕ ਮਸ਼ਹੂਰ ਅਤੇ ਖਤਰਨਾਕ ਚੋਰ ਬਣ ਚੁੱਕਾ ਸੀ। ਸੈਨਿਕਾਂ ਨੇ ਉਸ ਨੂੰ ਕਈ ਵਾਰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਹਮੇਸ਼ਾ ਬਚ ਨਿਕਲਦਾ। ਉਹ ਇੱਕ ਪੁਰਾਣੇ ਮੰਦਰ ਵਿੱਚ ਰਹਿੰਦਾ ਸੀ। ਇੱਕ ਰਾਤ ਉਹ ਸੋਚ ਰਿਹਾ ਸੀ ਕਿ ਕਿਸੇ ਤਰ੍ਹਾਂ ਇੱਕ ਵੱਡੀ ਚੋਰੀ ਕਰੀ ਜਾਵੇ ਤਾਂ ਜੋ ਉਹਨਾਂ ਨੂੰ ਦੁਬਾਰਾ ਚੋਰੀ ਕਰਨ ਦੀ ਲੋੜ ਨਾ ਪਵੇ। ਉਸਨੇ ਯੋਜਨਾ ਬਣਾਈ
ਕਿ ਜੇਕਰ ਉਹ ਰਾਜ ਖਜ਼ਾਨੇ ਤੇ ਹੱਥ ਮਾਰ ਲਵੇ ਤਾਂ ਉਹਨਾਂ ਨੂੰ ਮੁੜ ਕਦੇ ਵੀ ਭੁੱਖੇ ਮਰਨ ਦੀ ਲੋੜ ਨਹੀਂ ਪਏਗੀ। ਅਗਲੀ ਰਾਤ ਭੂਪਿੰਦਰ ਆਪਣੇ ਹੱਥ ਵਿੱਚ ਰੱਸੀ ਫੜ ਕੇ ਰਾਜ ਮਹਿਲ ਦੀ ਪਿਛਲੀ ਦੀਵਾਰ ਤੇ ਚੜ੍ਹ ਰਿਹਾ ਸੀ। ਦੂਜੀ ਪਾਸੇ ਸੰਯੋਗ ਨਾਲ ਅਰਜੁਨ ਨੂੰ ਵੀ ਚੋਰਾਂ ਦੀ ਗਤੀਵਿਧੀ ਬਾਰੇ ਸੋਚਦੇ ਹੋਏ ਨੀਂਦ ਨਹੀਂ ਆ ਰਹੀ ਸੀ। ਉਹ ਮਹਿਲ ਦੀ ਛੱਤ ਤੇ ਘੁੰਮ ਰਿਹਾ ਸੀ। ਜਿਵੇਂ ਹੀ ਭੂਪਿੰਦਰ ਛੱਤ ਉੱਤੇ ਪਹੁੰਚਿਆ, ਅਰਜੁਨ ਨੇ ਉਸ ਨੂੰ ਦੇਖ ਲਿਆ। ਤੁਰੰਤ ਹੀ ਅਰਜੁਨ ਨੇ ਆਪਣੀ ਤਲਵਾਰ ਨਿਕਾਲੀ ਅਤੇ ਸੈਨਿਕਾਂ ਨੂੰ ਆਵਾਜ਼ ਮਾਰੀ। ਕੁਝ ਪਲਾਂ ਵਿੱਚ ਹੀ ਸਾਰੇ ਸੈਨਿਕ ਉੱਥੇ ਆ ਗਏ। ਅਰਜੁਨ ਨੇ ਹੁਕਮ ਦਿੱਤਾ, ਇਸ ਨੂੰ ਗ੍ਰਿਫਤਾਰ ਕਰ ਲਵੋ। ਭੂਪਿੰਦਰ ਨੇ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਿਹਾ। ਜਦੋਂ ਅਰਜੁਨ ਨੇ ਆਪਣੇ ਹੀ ਭਰਾ ਨੂੰ ਚੋਰ ਵਜੋਂ ਦੇਖਿਆ, ਉਹ ਹੈਰਾਨ ਰਹਿ ਗਿਆ। ਮੈਂ ਕਦੇ ਸੋਚ ਵੀ ਨਹੀਂ ਸਕਦਾ ਸੀ ਕਿ ਮੇਰਾ ਆਪਣਾ ਭਰਾ ਇੰਨਾ ਵੱਡਾ ਚੋਰ ਨਿਕਲੇਗਾ। ਅਰਜੁਨ ਨੇ ਦੁਖੀ ਹੋ ਕੇ ਕਿਹਾ। ਫੌਜੀਆਂ ਨੂੰ ਹੁਕਮ ਮਿਲਿਆ ਕਿ ਭੂਪਿੰਦਰ ਨੂੰ ਤੁਰੰਤ ਕਾਰਾਗਾਰ ਵਿੱਚ ਦਿੱਤਾ ਜਾਵੇ। ਹੁਣ ਭੂਪਿੰਦਰ ਆਪਣੇ ਕੀਤੇ ਉੱਤੇ ਪਛਤਾਵਾ ਕਰ ਰਿਹਾ ਸੀ। ਉਹ ਸੋਚ ਰਿਹਾ ਸੀ, ਮੇਰੇ ਹੀ ਬੁਰੇ ਕਰਮਾਂ ਦਾ ਇਹ ਨਤੀਜਾ ਹੈ। ਜਿਨ੍ਹਾਂ ਨੂੰ ਮੈਂ ਘਰੋਂ ਕੱਢ ਦਿੱਤਾ ਸੀ, ਉਹ ਆਪਣੀ ਇਮਾਨਦਾਰੀ ਨਾਲ ਰਾਜਾ ਬਣ ਗਿਆ ਤੇ ਮੈਂ ਆਪਣੀ ਬੇਈਮਾਨੀ ਕਾਰਨ ਇੱਕ ਚੋਰ ਬਣ ਕੇ ਮੈਂ ਅੱਜ ਆਪਣੇ ਹੀ ਭਰਾ ਦੇ ਹੱਥੀਂ ਆਪਣੇ ਹੀ ਬੰਦੀਗ੍ਰਹਿ ਵਿੱਚ ਪਿਆ ਹਾਂ। ਉੱਥੇ ਅਰਜੁਨ ਨੂੰ ਪੂਰੀ ਰਾਤ ਨੀਂਦ ਨਾ ਆਈ। ਉਹ ਸੋਚ ਰਿਹਾ ਸੀ ਕਿ ਅਗਲਾ ਦਿਨ ਉਸ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਦਿਨ ਹੋਵੇਗਾ। ਉਸ ਨੂੰ ਇੱਕ ਭਿਆਨਕ ਅਗ ਪ੍ਰੀਖਿਆ ਵਿੱਚੋਂ ਗੁਜ਼ਰਨਾ ਪਵੇਗਾ ਕਿ ਉਹ ਇਸ ਪ੍ਰੀਖਿਆ ਵਿੱਚ ਕਾਮਯਾਬ ਹੋਵੇਗਾ। ਇਹ ਸੋਚ ਕੇ ਉਹ ਬੇਦ ਪਰੇਸ਼ਾਨ ਸੀ। ਕਾਸ਼ ਮਹਾਰਾਜ ਨੇ ਉਸ ਤੇ ਰਾਜਪਾਟ ਦੀ ਜ਼ਿੰਮੇਵਾਰੀ ਨਾ ਰੱਖੀ ਹੁੰਦੀ ਤਾਂ ਉਹ ਬਹੁਤ ਖੁਸ਼ ਹੁੰਦਾ। ਪਰ ਹੁਣ ਉਸ ਨੂੰ ਆਪਣੇ ਹੀ ਭਰਾ ਨੂੰ ਸਜ਼ਾ ਦੇਣੀ ਪੈਣੀ ਸੀ। ਅਗਲੇ ਦਿਨ ਦਰਬਾਰ ਵਿੱਚ ਭੂਪਿੰਦਰ ਨੂੰ ਪੇਸ਼ ਕੀਤਾ ਗਿਆ। ਮਹਾਰਾਜ ਨੇ ਪੁੱਛਿਆ, ਭੂਪਿੰਦਰ, ਤੈਥੋਂ ਹੋਈ ਚੋਰੀਆਂ ਦੇ ਸਾਰੇ ਦੋਸ਼ ਸਾਬਤ ਹੋ ਗਏ ਹਨ ਕਿ ਤੂੰ ਆਪਣੀ ਕੋਈ ਸਫਾਈ ਦੇਣਾ ਚਾਹੁੰਦਾ ਹੈ? ਭੂਪਿੰਦਰ ਨੇ ਨਮ ਅੱਖਾਂ ਨਾਲ ਕਿਹਾ, ਮਹਾਰਾਜ, ਮੇਰੀ ਇੱਕ ਹੀ ਗੁਜ਼ਾਰਿਸ਼ ਹੈ ਕਿ ਮੈਨੂੰ ਇੰਨੀ ਕਠੋਰ ਸਜ਼ਾ ਦਿਓ ਕਿ ਮੁੜ ਕਦੇ ਕੋਈ ਵੀ ਚੋਰੀ ਕਰਨ ਦੀ ਸੋਚ ਵੀ ਨਾ ਸਕੇ। ਅਰਜੁਨ ਨੇ ਆਖਿਆ, ਠੀਕ ਹੈ, ਤੈਨੂੰ ਅਜਿਹੀ ਹੀ ਸਜ਼ਾ ਮਿਲੇਗੀ। ਉਹਨਾਂ ਨੇ ਹੁਕਮ ਦਿੱਤਾ ਕਿ ਭੂਪਿੰਦਰ ਦਾ ਇੱਕ ਹੱਥ ਅਤੇ ਇੱਕ ਪੈਰ ਕੱਟ ਦਿੱਤਾ ਜਾਵੇ ਅਤੇ ਉਸ ਨੂੰ ਰਾਜ ਦੀ ਸੀਮਾ ਤੋਂ ਬਾਹਰ ਕੱਢ ਦਿੱਤਾ ਜਾਵੇ। ਜਦੋਂ ਇਹ ਹੁਕਮ ਪੂਰਾ ਕੀਤਾ ਗਿਆ, ਸਾਰੀ ਪ੍ਰਜਾ ਅਤੇ ਮੰਤਰੀਗਣ ਅਰਜੁਨ ਦੀ ਨਿਆਂਪ੍ਰੀਤਾ ਦੀ ਵਾਹਵਾਹੀ ਕਰ ਰਹੇ ਸਨ। ਜਦੋਂ ਭੂਪਿੰਦਰ ਦੇਸ਼ ਛੱਡ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਅਰਜੁਨ ਉਸ ਦੇ ਸਾਹਮਣੇ ਆ ਗਿਆ। ਅਰਜੁਨ ਨੂੰ ਵੇਖ ਕੇ ਭੂਪਿੰਦਰ ਨੇ ਪੁੱਛਿਆ, ਮਹਾਰਾਜ, ਤੁਸੀਂ ਇੱਥੇ ਕਿਵੇਂ ਆਏ? ਉਹ ਰੋਦੇ ਹੋਏ ਕਹਿਣ ਲੱਗਾ, ਕਾਸ਼ ਤੁਸੀਂ ਮੇਰਾ ਹੱਥ ਪੈਰ ਕੱਟਣ ਦੀ ਬਜਾਏ ਮੈਨੂੰ ਮੌਤ ਦੀ ਸਜ਼ਾ ਦੇ ਦਿੱਤੀ ਹੁੰਦੀ ਤਾਂ ਮੈਂ ਇਉਂ ਤੜਫ ਕੇ ਨਾ ਮਰਦਾ। ਹੁਣ ਮੈਂ ਇਸ ਦੁਨੀਆ ਵਿੱਚ ਕੀ ਕਰਾਂ? ਇਹ ਸੁਣ ਕੇ ਅਰਜੁਨ ਨੇ ਕਿਹਾ, ਉਸ ਵੇਲੇ ਮੈਂ ਇੱਕ ਰਾਜਾ ਸੀ, ਪਰ ਹੁਣ ਮੈਂ ਤੇਰੇ ਸਾਹਮਣੇ ਤੇਰਾ ਛੋਟਾ ਭਰਾ ਅਰਜੁਨ ਖੜਾ ਹਾਂ। ਰਾਜਾ ਹੋਣ ਦੇ ਨਾਤੇ ਮੈਂ ਤੈਨੂੰ ਸਜ਼ਾ ਦਿੱਤੀ, ਪਰ ਭਰਾ ਹੋਣ ਦੇ ਨਾਤੇ ਮੈਂ ਤੇਰੀ ਮਦਦ ਕਰਨ ਆਇਆ ਹਾਂ। ਅਰਜੁਨ ਨੇ ਭੂਪਿੰਦਰ ਨੂੰ ਇੱਕ ਥੈਲੀ ਦਿੰਦਿਆਂ ਕਿਹਾ, ਇਹ ਮੇਰੀ ਮਿਹਨਤ ਦੀ ਕਮਾਈ ਹੈ। ਇਸ ਨਾਲ ਤੂੰ ਕਿਸੇ ਹੋਰ ਦੇਸ਼ ਵਿੱਚ ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਸਾ ਸਕਦਾ ਹੈ। ਮੈਨੂੰ ਇਨਕਾਰ ਨਾ ਕਰ, ਨਹੀਂ ਤਾਂ ਮੈਂ ਕਦੇ ਵੀ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਵਾਂਗਾ। ਇਹ ਸੁਣ ਕੇ ਭੂਪਿੰਦਰ ਨੇ ਭਾਈ ਨੂੰ ਗਲੇ ਲਾ ਲਿਆ ਅਤੇ ਕਿਹਾ, ਤੂੰ ਕਿੰਨਾ ਮਹਾਨ ਹੈ ਅਰਜੁਨ। ਪਰਮਾਤਮਾ ਹਮੇਸ਼ਾ ਤੈਨੂੰ ਖੁਸ਼ ਰੱਖੇ। ਦੋਵੇਂ ਭਰਾ ਇੱਕ ਦੂਜੇ ਨੂੰ ਭਾਰੀ ਦਿਲ ਨਾਲ ਵਿਦਾ ਕਰਦੇ ਹਨ। ਭੂਪਿੰਦਰ ਨੇ ਅਰਜੁਨ ਨੂੰ ਆਖਿਆ, ਮੈਂ ਪਰਮਾਤਮਾ ਕੋਲੋਂ ਇਹੀ ਅਰਦਾਸ ਕਰਾਂਗਾ ਕਿ ਹਰੇਕ ਜਨਮ ਵਿੱਚ ਮੈਨੂੰ ਤੇਰੇ ਵਰਗਾ ਭਰਾ ਮਿਲੇ। ਇਸ ਤਰ੍ਹਾਂ ਦੋਵੇਂ ਆਪਣੀ ਰਾਹ ਪੈ ਗਏ। ਭੂਪਿੰਦਰ ਮੁੜ ਕਦੇ ਵੀ ਉਸ ਦੇਸ਼ ਵਿੱਚ ਨਹੀਂ ਦਿਖਿਆ ਤੇ ਅਰਜੁਨ ਆਪਣੀ ਪ੍ਰਜਾ ਦੀ ਭਲਾਈ ਕਰਦੇ ਹੋਏ ਸੁਖਮਈ ਜੀਵਨ ਬਤੀਤ ਕਰਦਾ ਰਿਹਾ। ਦੋਸਤੋ, ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਆਸ ਕਰਦਾ ਹਾਂ ਕਿ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਮਿਲਦੇ ਹਾਂ ਐਸੀ ਹੀ ਕਿਸੇ ਨਵੀਂ ਕਹਾਣੀ ਵਿੱਚ। ਤਦ ਤੱਕ ਆਪਣੇ ਆਪ ਦਾ ਖਿਆਲ ਰੱਖੋ। ਧੰਨਵਾਦ।